ਤੇ ਤੁਹਾਡੇ ਕੁਝ ਅਹੁਦੇਦਾਰ ਇਹੋ ਜਿਹੇ ਵੀ ਆ ਜਿਹੜੇ ਕਹਿੰਦੇ ਸਾਨੂੰ ਰੈਲੀ ਦਾ ਪਤਾ ਤੱਕ ਨਹੀਂ ਆ, ਜਾਣਾ ਨਹੀਂ ਆ, ਨਹੀਂ ਜਾਣਾ। ਜੇ ਕੋਈ ਵਰਕਰ ਕਹੇ ਜੀ ਮੈਨੂੰ ਰੈਲੀ ਦਾ ਪਤਾ ਨਹੀਂ ਲੱਗਿਆ ਜਾਂ ਮੈਨੂੰ ਪਤਾ ਨਹੀਂ, ਤਾਂ ਫਿਰ ਮਤਲਬ ਸੰਗਠਨ 'ਚ ਉਹਦਾ ਕੋਈ ਅਹੁਦਾ ਹੀ ਹੈ ਨਹੀਂਗਾ। ਦਾਅਵੇਦਾਰੀ ਨੂੰ ਲੈ ਕੇ ਵੀ ਕਹਿੰਦੇ ਕਿ ਨਹੀਂ ਭਾਈ ਇਸ ਵਾਰ ਦਾਅਵੇਦਾਰੀ ਵੀ ਧਾਲੀਵਾਲ ਸਾਹਿਬ ਦੀ ਹੈ ਨਹੀਂ ਆ। ਵਿਸ਼ੇਸ਼ ਤੌਰ ਤੇ ਕੁਝ ਟੀਕਾ ਟਿੱਪਣੀਆਂ ਵੀ ਤੁਹਾਡੇ ਉੱਤੇ ਕਰਦੇ ਕਿ ਨਹੀਂ ਗਾਇਬ ਰਹਿੰਦੇ, ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਜਿੱਦਾਂ ਦਾ ਕੰਮ ਹੋਣਾ ਚਾਹੀਦਾ। ਘੱਟੋ ਘੱਟ ਉਹ ਦੱਸਦੇ ਨੇ ਵੀ ਜਦੋਂ ਕਰੋਨਾ ਕਾਲ ਸੀ ਉਹ ਕਿੱਥੇ ਸੀਗੇ, ਉਹ ਤਾਂ ਕਿਤੇ ਦਿਖਾਏ ਨਹੀਂ ਸਾਨੂੰ। ਤੇ ਸਾਡੇ ਫਿਰ ਉਹਦਾ ਮਤਲਬ ਸੰਗਠਨ 'ਚ ਹੈ ਹੀ ਨਹੀਂ ਕਿਤੇ ਉਹ। ਤੁਹਾਡਾ ਜ਼ਿਲ੍ਹਾ ਪ੍ਰਧਾਨ ਕਹਿ ਦਿੰਦਾ ਹੈ ਕਿ ਉਹ ਵਿਧਾਇਕ ਜੀ ਦੀ ਰੈਲੀ ਹੋਏਗੀ, ਸਾਨੂੰ ਨਹੀਂ ਉਹਦੇ ਬਾਰੇ ਪਤਾ। ਕੌਣ ਕਿਸੇ ਬਾਰੇ ਕੀ ਕਹਿੰਦਾ ਕੋਈ ਸਾਨੂੰ ਉਹਦਾ ਮਤਲਬ ਨਹੀਂ ਹੈਗਾ। ਲੱਗਦਾ ਹੈ ਕਿ ਧਾਲੀਵਾਲ ਹੋਰਾਂ ਨੇ 2.25 ਸਾਲ ਦੇ ਵਿੱਚ ਉਹ ਕੰਮ ਕਰ ਦਿਖਾਏ ਆ ਜਿਹਦਾ ਕਰਕੇ ਹਾਈ ਕਮਾਂਡ ਇਹ ਦੇਖੇਗੀ ਕਿ ਥੋੜੇ ਸਮੇਂ 'ਚ ਬਹੁਤਾ ਕੰਮ ਕੀਤਾ ਹੈ, ਇਸ ਕਰਕੇ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਬਣਦੀ ਹੈ, ਟਿਕਟ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਉਹ ਜਿਹੜੇ ਇੱਥੇ 10 ਦਾਅਵੇਦਾਰ ਤੁਰੇ ਫਿਰਦੇ ਆ, ਤਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਕੰਮ ਕੀਤਾ। ਮੁਕਾਬਲੇ 'ਚ ਕੌਣ ਲੱਗਦਾ ਹੈ ਵਿਰੋਧੀ ਪਾਰਟੀਆਂ ਦੇ ਵਿੱਚੋਂ? ਭਾਜਪਾ ਇਸ ਵੇਲੇ ਮੁਕਾਬਲੇ 'ਚ ਲੱਗਦੀ ਹੈ 22 ਦੀਆਂ ਚੋਣਾਂ ਦੇ ਵਿੱਚ। ਤੁਹਾਨੂੰ ਮੁਕਾਬਲੇ ਦੇ ਵਿੱਚ ਜਿਹੜਾ ਆ ਉਹ ਕਿਤੇ ਨਾ ਕਿਤੇ ਅਕਾਲੀ ਦਲ ਲੱਗਦਾ ਆ, ਜਾਂ ਤੁਹਾਨੂੰ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਇਸ ਫਗਵਾੜੇ ਦੇ ਹਲਕੇ? ਜਿਹੜਾ ਮਰਜ਼ੀ ਹੋਵੇ, ਅਸੀਂ ਸਾਡੀ ਕਾਂਗਰਸ ਪਾਰਟੀ ਸਾਰੀ ਇਲੈਕਸ਼ਨ ਲੜਨ ਵਾਸਤੇ ਤਿਆਰ ਬੈਠੀ। ਪੰਜਾਬ ਦੀ ਕੋਈ ਵੀ ਗਲੀ ਨੁੱਕਰ ਕਿਨਾਰਾ ਦੇਖੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਾਈਨ ਬੋਰਡ ਲੱਗੇ ਮਿਲ ਜਾਣਗੇ। ਇਹਦੇ ਤੋਂ ਇਲਾਵਾ ਜੇ ਜਨਤਕ ਥਾਵਾਂ ਵੱਲ ਝਾਤ ਮਾਰੋਗੇ ਤਾਂ ਉਹਨਾਂ ਜਨਤਕ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਲਸਾ, ਕੋਈ ਸਿਆਸੀ ਰੈਲੀ ਹੁੰਦੀ ਤੁਹਾਨੂੰ ਨਜ਼ਰ ਆ ਜਾਏਗੀ। ਕਾਰਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਐਨ ਨੇੜੇ ਆ ਗਈਆਂ ਨੇ ਤੇ ਆਉਣ ਵਾਲੇ ਚੰਦ ਰੋਜ਼ ਦੇ ਵਿੱਚ ਚੋਣ ਜ਼ਾਬਤੇ ਦਾ ਵੀ ਐਲਾਨ ਕੀਤਾ ਜਾ ਸਕਦਾ। ਇਸੇ ਕਰਕੇ ਵੱਡੀਆਂ ਰੈਲੀਆਂ ਚੋਣ ਜ਼ਾਬਤੇ ਤੋਂ ਪਹਿਲਾਂ ਕਰਨ ਦੀ ਹਰ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਪੰਜਾਬ ਦੇ ਵਿੱਚ ਸੱਤਾ ਧਿਰ ਹੈ ਔਰ ਉਹਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਪੀਪੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ। ਫਗਵਾੜੇ ਦੇ ਵਿੱਚ 2 ਜਨਵਰੀ ਨੂੰ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਔਰ ਇਸ ਰੈਲੀ ਦਾ ਪੂਰਾ ਪ੍ਰਬੰਧ ਫਗਵਾੜੇ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੋਰੀ ਦੇਖ ਰਹੇ ਨੇ। ਇਸ ਵੇਲੇ ਸਾਡੇ ਨਾਲ ਨੇ ਧਾਲੀਵਾਲ ਸਾਹਿਬ। ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਚੜ੍ਹਦਾ ਹੀ ਸਾਲ ਇੱਕ ਚੁਣੌਤੀ ਵੀ ਲੈ ਕੇ ਆਇਆ, ਆਪਾਂ ਉਹਦੀ ਵੀ ਗੱਲ ਕਰਨੀ ਆ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਨਵਾਂ ਸਾਲ ਜਿਹੜਾ ਹੈਗਾ ਉਹ ਸਾਡੇ ਸਾਰਿਆਂ ਲਈ ਅਤੇ ਆਪਦੇ ਚੈਨਲ ਵਾਸਤੇ ਵੀ ਜਿਹੜਾ ਬਹੁਤ ਹੀ ਭਾਗਾਂ ਵਾਲਾ ਹੋਵੇ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਅਸੀਂ ਖੁਸ਼ੀਆਂ ਅਤੇ ਖੇੜਾ ਭਰਿਆ 'ਚ ਆਪਣੀ ਜ਼ਿੰਦਗੀ ਬਤੀਤ ਕਰੀਏ। ਇਹ ਨਵਾਂ ਸਾਲ ਇੱਕ ਚੁਣੌਤੀ ਵੀ ਲੈ ਕੇ ਆ ਗਿਆ। ਚੜ੍ਹਦੇ ਸਾਲ ਹੀ ਸਮਝ ਲਓ ਕਿ ਚੋਣ ਮਾਹੌਲ ਭਖ ਗਿਆ ਆ। ਵੈਸੇ ਤਾਂ ਪਿਛਲੇ 1 ਮਹੀਨੇ ਤੋਂ ਲਗਾਤਾਰ ਹੀ ਇਹ ਸਿਲਸਿਲਾ ਚੱਲਦਾ ਪਿਆ। ਤਿਆਰੀਆਂ ਵਿੱਢ ਦਿੱਤੀਆਂ ਗਈਆਂ। ਇੱਕ ਵੱਡੀ ਰੈਲੀ ਜਿਹੜੀ ਆ ਉਹਦਾ ਆਯੋਜਨ ਕੀਤਾ ਜਾ ਰਿਹਾ ਫਗਵਾੜੇ ਦੇ ਵਿੱਚ। ਨਵਜੋਤ ਸਿੰਘ ਸਿੱਧੂ ਪੀਪੀਸੀ ਪ੍ਰਧਾਨ ਜਿਹੜੇ ਇਸ ਰੈਲੀ ਦੇ ਵਿੱਚ ਆ ਰਹੇ ਆ। ਕਿੱਦਾਂ ਦਾ ਹੁੰਗਾਰਾ ਮਿਲ ਰਿਹਾ? ਕਿਉਂਕਿ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਜਿੱਤ ਕੇ ਆਏ ਸੀ ਤੇ ਸਮਾਂ ਤੁਹਾਡੇ ਕੋਲ ਸੀਗਾ ਸਿਰਫ 2 ਸਾਲ ਦਾ ਕਿ ਕੰਮ ਕਿੰਨਾ ਕੁ ਕੀਤਾ ਜਾਵੇ ਹਲਕੇ ਦੇ ਵਿੱਚ। ਉਹਦੇ ਵਿੱਚੋਂ ਵੀ ਮੈਨੂੰ ਲੱਗਦਾ 1 ਸਾਲ ਦਾ ਕਰੋਨਾ ਦਾ ਕਾਲ ਜਿਹੜਾ ਉਹ ਖਾ ਗਿਆ। ਆਪਣੀ ਪਰਫਾਰਮੈਂਸ, ਇਸ ਰੈਲੀ ਦੇ ਵਿੱਚ ਮੌਜੂਦਗੀ ਪੀਪੀਸੀ ਪ੍ਰਧਾਨ ਦੀ ਔਰ ਇਸ ਰੈਲੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ, ਤਿੰਨੋਂ ਹੀ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਦੇਖੀਆਂ ਜਾਣੀਆਂ। ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਲਗਭਗ 2.25 ਸਾਲ ਪਹਿਲਾਂ ਜਿਹੜਾ ਹੈ ਇੱਥੇ ਆਇਆ ਸੀਗਾ ਔਰ ਲੋਕਾਂ ਦੇ ਪਿਆਰ ਸਦਕਾ ਹੀ ਜਿਹੜਾ ਹੈਗਾ ਮੈਂ ਇੱਥੇ ਬਹੁਤ ਵੱਡੇ ਮਾਰਜਿਨ ਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀਗੀ। ਔਰ ਉਸ ਤੋਂ ਬਾਅਦ ਸਾਰੇ ਜਾਣਦੇ ਹੈ ਕਿ ਲਗਾਤਾਰ 2 ਸਵਾ ਦੋ ਸਾਲ ਦੇ ਵਿੱਚ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸਿਆ ਕਿ 1 ਸਾਲ ਤਾਂ ਜਿਹੜਾ ਕਰੋਨਾ ਦੇ ਭੇਟ ਚੜ੍ਹ ਗਿਆ ਸੀਗਾ, ਤਾਂ ਬਾਕੀ ਸਭ ਕਰੋਨਾ ਦੇ ਦੌਰਾਨ ਵੀ ਔਰ ਪੂਰੇ ਸਮੇਂ ਦੌਰਾਨ ਜਿਹੜਾ ਹੈਗਾ ਮੇਰੇ ਖਿਆਲ ਸਾਰੇ ਜਿਹੜਾ ਇੱਕ ਇਲੈਕਸ਼ਨ ਦਾ ਵਿਗਲ ਉਦੋਂ ਹੀ ਬਚ ਚੁੱਕਿਆ ਸੀਗਾ। ਅਸੀਂ ਉਦੋਂ ਤੋਂ ਲਗਾਤਾਰ ਜਿਹੜਾ ਹੈਗਾ ਲੋਕਾਂ ਨਾਲ ਰਾਬਤਾ ਹੈਗਾ, ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਕਿ ਬੇਸ਼ੱਕ ਦੀ ਕਰੋਨਾ ਕਾਲ 'ਚ ਉਹ ਲੰਗਰ ਦੀ ਸੇਵਾ ਹੋਵੇ, ਸੁੱਕੇ ਰਾਸ਼ਨ ਦੀ ਸੇਵਾ ਹੋਵੇ ਔਰ ਬੇਸ਼ੱਕ ਦੀ ਡਿਵੈਲਪਮੈਂਟ ਦੀ ਹੋਵੇ ਜਾਂ ਲੋਕਾਂ ਦੇ ਦੁੱਖ ਸੁੱਖ ਵਿੱਚ ਹੋਵੇ। ਇਸ ਕਰਕੇ ਲਗਾਤਾਰ ਇਹ ਨਹੀਂ ਕਿ ਅਸੀਂ ਜਿਹੜਾ ਹੁਣ ਮਹੀਨਾ ਪਹਿਲਾਂ ਤਿਆਰੀ ਕਰ ਲਈ ਹੈ, ਤਾਂ ਅਸੀਂ ਉਦੋਂ ਤੋਂ ਲਗਾਤਾਰ ਹੀ ਲਗਭਗ 2.25 ਸਾਲ ਤੋਂ ਜਦੋਂ ਇਲੈਕਸ਼ਨ ਰਿਜ਼ਲਟ ਨਿਕਲਿਆ ਹੈ ਉਸ ਤੋਂ ਡੇ ਆਫਟਰ ਹੀ ਜਿਹੜਾ ਹੈਗਾ ਲਗਾਤਾਰ ਲੋਕਾਂ ਨਾਲ ਰਾਬਤਾ ਹੈਗਾ। ਇਸ ਕਰਕੇ ਜਿਸ ਤਰ੍ਹਾਂ ਕਿ ਮੇਰੀ ਪਰਸਨਲ ਤੌਰ ਤੇ ਇਹ ਹੈ ਕਿ ਇਹ ਨਹੀਂ ਹੁੰਦਾ ਕਿ ਜਦੋਂ ਇਲੈਕਸ਼ਨ ਆ ਜਾਣ ਤਾਂ ਤੁਸੀਂ ਮਹੀਨਾ ਪਹਿਲਾਂ ਜਾ ਕੇ ਏਰੀਆ 'ਚ ਆਪਣੇ ਬੋਰਡ ਲਾਓ ਤਾਂ ਬੋਰਡ ਲਾ ਕੇ ਚੁਪਕਾਉਣ ਦੀ ਜ਼ਰੂਰਤ ਹੈਗੀ ਹੈ। ਇਸ ਕਰਕੇ ਲੋਕਾਂ ਦੇ ਦਿਲਾਂ ਵਿੱਚ ਵੋਟਾਂ ਰਾਹੀਂ ਜਾਂ ਪੱਥਰਾਂ ਰਾਹੀਂ ਨਹੀਂ, ਲੋਕਾਂ ਦੇ ਜਿਹੜੇ ਮਨਾਂ ਵਿੱਚ ਜਿਹੜਾ ਹੈਗਾ ਜਗ੍ਹਾ ਬਣਾਉਣੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਕਿ 2.25 ਸਾਲ ਦੇ ਵਿੱਚ ਫਗਵਾੜੇ ਦੇ ਆਮ ਨਾਗਰਿਕ ਬੇਸ਼ੱਕ ਦੀ ਕੋਈ ਵੀ ਪਾਰਟੀ ਹੋਵੇ, ਉਹਨਾਂ ਦੇ ਆਪ ਕਹਿੰਦੇ ਹੈਗੇ ਨੇ ਕਿ ਫਗਵਾੜੇ ਵਿੱਚ ਲਗਭਗ ਪਿਛਲੇ 2 ਸਾਲ ਦੇ ਵਿੱਚ ਜਿੰਨਾ ਡਿਵੈਲਪਮੈਂਟ ਹੋਇਆ ਹੈਗਾ ਉਹਨਾਂ ਪਿਛਲੇ 25-30 ਸਾਲ ਦੇ ਵਿੱਚ ਨਹੀਂ ਹੋਇਆ ਹੈਗਾ। ਔਰ ਵੱਡੀ ਗੱਲ ਹੈ ਕਿ ਅਸੀਂ ਕਿਤੇ ਵੀ ਫਗਵਾੜੇ ਵਿੱਚ ਆਪਣਾ ਨੀਂਹ ਪੱਥਰ ਨਹੀਂ ਰੱਖਿਆ ਹੈਗਾ। ਮੈਂ ਦੇਖਿਆ ਪਿਛਲੇ ਕਾਫੀ ਮੰਤਰੀ ਸਾਹਿਬਾਨ, ਐਮਐਲਏ ਸਾਹਿਬਾਨ ਹੈ,
10-10 ਸਾਲ ਤੋਂ ਇੱਥੇ ਜਿਹੜੇ ਪੱਥਰ ਲੱਗੇ ਹੋਏ ਨੇ, ਪਰ ਉੱਤੇ ਡਿਵੈਲਪਮੈਂਟ ਦਾ ਕੋਈ ਵੀ ਜਿਹੜਾ ਜਿਸ ਪਰਪਸ ਵਾਸਤੇ ਲਗਾਇਆ ਸੀਗਾ ਉਹ ਅਧੂਰੇ ਪਏ ਨੇ ਕੰਮ। ਪੱਥਰ ਲਾ ਕੇ ਸ਼ਾਇਦ ਉਸ ਸਮੇਂ ਦੇ ਜੋ ਵੀ ਐਮਐਲਏ ਸਾਹਿਬਾਨ ਜਾਂ ਮੰਤਰੀ ਸਾਹਿਬਾਨ ਸੀ ਭੁੱਲ ਗਏ ਕਿ ਅਸੀਂ ਪੱਥਰ ਲਾ ਕੇ ਆਏ ਨੇ। ਤਾਂ ਇਸ ਕਰਕੇ ਪੱਥਰ ਲਾਉਣ ਦੀ ਬਜਾਏ ਜਿਹੜਾ ਦਿਲਾਂ ਦੇ ਵਿੱਚ ਲੋਕਾਂ ਦੇ ਵਾਸਾ ਕਰਨਾ ਚਾਹੀਦਾ, ਔਰ ਉਹਦੇ ਵਿੱਚ ਮੈਂ ਕਾਮਯਾਬ ਹੋ ਸਕਿਆ ਹੈ। ਅੱਛਾ, ਤੁਸੀਂ ਗੱਲ ਕੀਤੀ ਹੈ ਕਿ ਨੀਂਹ ਪੱਥਰ ਜਿਹੜੇ ਆ ਉਹ ਨਹੀਂ ਰੱਖਦੇ, ਅਸੀਂ ਕੰਮ ਕਰਦੇ ਆ। ਔਰ ਮੇਰਾ ਖਿਆਲ ਹੈ ਕਿ ਇਹੀ ਰੁਝਾਨ ਵੀ ਹੋਣਾ ਚਾਹੀਦਾ, ਇੱਥੋਂ ਤੱਕ ਕਿ ਜਦੋਂ ਸਰਕਾਰ ਇਹ ਬਣੀ ਸੀਗੀ 2017 'ਚ, ਉਦੋਂ ਇਹ ਤਹਈਆ ਵੀ ਕੀਤਾ ਗਿਆ ਸੀ ਕਿ ਛੋਟੇ-ਮੋਟੇ ਪ੍ਰੋਜੈਕਟ ਦਾ ਤਾਂ ਉਦਘਾਟਨ ਵੀ ਨਹੀਂ ਕਰਨਾ, ਉਹ ਲੋਕਾਂ ਤੋਂ ਹੀ ਕਰਵਾ ਦੇਣਾ। 100 ਕਰੋੜ ਤੋਂ ਉੱਪਰ ਜਿਹੜਾ ਹੋਊਗਾ ਉਹਦਾ ਨੀਂਹ ਪੱਥਰ ਜਾਂ ਉਦਘਾਟਨ ਦੀ ਚਰਚਾ ਜਿਹੜੀ ਚੱਲਦੀ ਪਈ ਸੀਗੀ। ਤੇ ਲੋਕ ਮਨਾਂ ਦੇ ਵਿੱਚ ਥਾਂ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਲੱਗਦਾ ਹੈ ਕਿ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ 2 ਸਾਲ ਦੇ ਕਾਰਜਕਾਲ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਉਹ ਥਾਂ ਬਣਾ ਲਈ ਹੈ, ਜਿਹਦਾ ਕਰਕੇ ਇਸ ਰੈਲੀ ਦੇ ਜ਼ਰੀਏ ਆਪਣੀ ਹਾਈਕਮਾਂਡ ਤੱਕ ਸੁਨੇਹਾ ਪਹੁੰਚਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਕਿ ਨਹੀਂ, ਜੇ ਅਗਲੀ ਵਾਰ ਕੋਈ ਕੈਂਡੀਡੇਟ ਹੋਵੇ ਫਗਵਾੜੇ ਦੇ ਵਿੱਚੋਂ ਤੇ ਉਹ ਬਲਵਿੰਦਰ ਧਾਲੀਵਾਲ ਹੁਣ ਹੋਰ ਕੋਈ ਨਾ ਹੋਵੇ। ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਮੇਰੀ ਧਾਰਨਾ ਮਿਹਨਤ ਕਰਨ ਦੀ, ਕੰਮ ਕਰਨ ਦੀ ਹੈ। ਇਹ ਨਹੀਂ ਹੈ ਕਿ ਆਪਾਂ ਕੰਮ ਘੱਟ ਕਰਦੇ ਹਾਂ ਤੇ ਫਲ ਜ਼ਿਆਦਾ ਅੱਛਾ ਕਰਦੇ ਹਾਂ। ਤਾਂ ਇਸ ਕਰਕੇ ਫਲ ਦੀ ਇੱਛਾ ਨਹੀਂ ਕਰੀਦੀ। ਤੁਸੀਂ ਆਪਦੇ ਮਨਚਿਤ ਹੋ ਕੇ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰੋ। ਜੇਕਰ ਤੁਸੀਂ ਸੱਚੇ ਮਨ ਨਾਲ ਸੇਵਾ ਕਰਦੇ ਹੋ ਤਾਂ ਪਰਮਾਤਮਾ ਵੀ ਸਹਾਇ ਹੁੰਦਾ ਹੈਗਾ। ਇਸ ਕਰਕੇ ਟਿਕਟ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਤਾਂ ਸੇਵਾ ਭਾਵਨਾ ਕੰਮ ਲੱਗੇ ਨੇ। ਜਿਵੇਂ ਪਹਿਲਾਂ ਆਖਿਆ ਮੈਂ ਕਿ ਜਿਸ ਦਿਨ ਤੋਂ ਰਿਜ਼ਲਟ ਨਿਕਲਿਆ ਦੂਸਰੇ ਦਿਨ ਤੋਂ ਜਿਹੜਾ ਹੈਗਾ ਲੋਕਾਂ ਦੇ ਕੰਮ ਸ਼ੁਰੂ ਹੋ ਗਏ ਸੀ, ਤਾਂ ਲਗਾਤਾਰ ਉਸੇ ਦਿਨ ਅੱਜ ਵੀ ਚੱਲ ਰਹੇ ਹੈਗੇ ਨੇ। ਤਾਂ ਇਸ ਕਰਕੇ ਸੇਵਾ ਭਾਵਨਾ ਕੰਮ ਕਰਨਾ ਚਾਹੀਦਾ। ਬੇਸ਼ੱਕ ਜੋ ਕਰੋਨਾ ਆਇਆ, ਤਾਂ ਕਰੋਨਾ ਸਮੇਂ ਵਿੱਚ ਆਪਾਂ ਦੇਖੀਏ ਤਾਂ ਕੋਈ ਵੀ ਇੱਥੇ ਓਪੋਜੀਸ਼ਨ ਬੰਦਾ, ਕੋਈ ਵੀ ਓਪੋਜੀਸ਼ਨ ਲੀਡਰ, ਔਰ ਮੇਰੇ ਖਿਆਲ ਜੇ ਕਾਰਪੋਰੇਸ਼ਨ ਇਲੈਕਸ਼ਨ ਆ ਗਈ ਤਾਂ ਦੇਖ ਲਓ, ਜੇ ਹੁਣ ਆਪਣੇ ਵਿਧਾਨ ਸਭਾ ਦੇ ਇਲੈਕਸ਼ਨ ਤਾਂ ਦੇਖ ਲਓ, ਪਤਾ ਨਹੀਂ ਕੈਂਡੀਡੇਟ ਕਿੱਥੋਂ ਕਿੱਥੋਂ ਤੁਰੇ ਆ ਰਹੇ ਨੇ। ਪਤਾ ਕਿਤੇ ਉਹਨਾਂ ਨੂੰ ਪਹਿਲਾਂ ਦੇਖਿਆ ਵੀ ਨਹੀਂ, ਔਰ ਕਈਆਂ ਦੇ ਵਿੱਚ ਤਾਂ ਫਗਵਾੜੇ ਦਾ ਉਹਨੂੰ ਨਾਮ ਵੀ ਨਹੀਂ ਪਤਾ ਵੀ ਇਹ ਕੋਈ ਆਦਮੀ ਸਾਡੇ ਨੇੜੇ ਤੇੜੇ ਕਿਤੇ ਰਿਹਾ। ਤਾਂ ਇਸ ਕਰਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਿਹੜੀ ਬਾਂਹ ਫੜਨੀ ਚਾਹੀਦੀ ਹੈ, ਨਾ ਕਿ ਮੈਂ ਬਾਅਦ 'ਚ ਵੀ ਉਦੋਂ ਕਿਤੇ ਆਇਆ ਨਹੀਂ, ਬੰਦੇ ਨੇ ਸੇਵਾ ਕੀਤੀ। ਕਰੋਨਾ ਕਾਲ ਦੇ ਵਿੱਚ ਇੱਕ ਅਜਿਹਾ ਸਾਡੀ ਕਾਂਗਰਸ ਪਾਰਟੀ ਸੀ ਜਿਹਨੇ ਕਿ ਲੋਕਾਂ ਦੀ ਤਨ ਮਨ ਦੇ ਨਾਲ ਸੇਵਾ ਕੀਤੀ ਹੈਗੀ ਆ। ਉਦੋਂ ਲੋਕੀ ਜਿੱਥੇ ਡਰਦੇ ਸੀਗੇ ਕਿ ਲੋਕਾਂ ਨਾਲ ਕੰਟੈਕਟ ਨਹੀਂ ਕਰਨਾ ਹੈਗਾ, ਮੰਡੀਆਂ ਵਿੱਚ ਜਾ ਕੇ, ਸਲਮ ਏਰੀਏ ਵਿੱਚ ਜਾ ਕੇ ਸਾਡੇ ਜਿੰਨੇ ਕਾਂਗਰਸ ਪਾਰਟੀ ਵਰਕਰ ਸੀ ਲਗਾਤਾਰ ਸੇਵਾ ਕੀਤੀ। ਬੇਸ਼ੱਕ ਦੇ ਸੁੱਕੇ ਰਾਸ਼ਨ ਦੀ ਹੋਵੇ, ਬੇਸ਼ੱਕ ਦੇ ਲੰਗਰ ਦੀ ਹੋਵੇ, ਬੇਸ਼ੱਕ ਦਵਾਈਆਂ ਦੀ ਹੋਵੇ। ਇੱਥੋਂ ਤੱਕ ਕਿ ਸਾਨੂੰ ਜਿਹੜੇ ਹੈਗੇ ਆ ਸਾਡਾ ਮੁਸਲਿਮ ਭਾਈਚਾਰੇ ਦੇ ਲੋਕ ਸੀ, ਜਦੋਂ ਵਿਹਲੇ ਬੈਠੇ ਤਾਂ ਕਹਿੰਦੇ ਸੀ ਅਸੀਂ J&K ਜਾਣਾ, ਤਾਂ ਮੇਰੇ ਖਿਆਲ 50 ਬੱਸਾਂ ਸੀ ਰਾਹੀਂ ਅਸੀਂ ਜਿਹੜੇ ਬੰਦੇ ਉੱਥੇ ਭੇਜੇ, ਆਪਦੇ ਪਰਿਵਾਰਾਂ ਕੋਲ ਭੇਜੇ। ਔਰ ਇਸੇ ਤਰ੍ਹਾਂ ਜਦੋਂ ਸਾਰੇ ਦੇਸ਼ ਵਿੱਚ ਜਦੋਂ ਆਕਸੀਜਨ ਦੀ ਘਾਟ ਹੋ ਗਈ ਸੀ, ਤਾਂ ਆਕਸੀਜਨ ਦੇ ਘਾਟ ਕਰਕੇ ਕਾਫੀ ਸਾਡੇ ਜਿਹੜੀਆਂ ਕੈਜੂਅਲਟੀਜ਼ ਹੋਈਆਂ ਹੈਗੀਆਂ। ਤਾਂ ਫਗਵਾੜੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈਗਾ ਉਹ ਲਗਭਗ ਮੇਰਾ ਖਿਆਲ 400 ਤੋਂ ਉੱਪਰ ਜਿਹੜਾ ਸਿਲੰਡਰ ਹੈਗਾ ਉਹ ਅਸੀਂ ਫਗਵਾੜੇ ਵਿੱਚ ਵੀ ਪ੍ਰੋਵਾਈਡ ਕੀਤਾ, ਤੇ ਨਾਲ ਦੇ ਜਿਹੜੇ ਐਡਜੋਇਨਿੰਗ ਜ਼ਿਲ੍ਹੇ ਸੀ ਉਹ ਵੀ ਲੈ ਕੇ ਜਾਂਦੇ ਸੀ। ਤਾਂ ਮੇਨ ਮੇਰਾ ਕਹਿਣ ਦਾ ਮਕਸਦ ਹੈਗਾ ਕਿ ਬੇਸ਼ੱਕ ਦੀ ਜਦੋਂ ਇਲੈਕਸ਼ਨਸ ਆ ਜਾਂਦੀਆਂ ਫਿਰ ਤਾਂ ਤਰ੍ਹਾਂ ਦੇ ਬੰਦੇ ਬਾਹਰ ਆਉਂਦੇ ਹੈਗੇ ਨੇ, ਪਰ ਜਦੋਂ ਔਖਾ ਸਮਾਂ ਹੁੰਦਾ ਜਾਂ ਸੇਵਾ ਕਰਨ ਦਾ ਸਮਾਂ ਹੁੰਦਾ ਉਦੋਂ ਕੋਈ ਨਹੀਂ ਦਿਖਾਈ ਦਿੰਦਾ। ਤਾਂ ਇਸ ਕਰਕੇ ਇਹ ਤਾਂ ਲੋਕਾਂ ਨੇ, ਫਗਵਾੜੇ ਦੇ ਵਾਸੀਆਂ ਨੇ, ਫਗਵਾੜਾ ਦੇ ਵਾਸੀਆਂ ਨੇ ਜਿਹੜਾ ਹੈਗਾ ਡਿਸਾਈਡ ਕਰਨਾ ਹੈ ਜਾਂ ਫੈਸਲਾ ਕਰਨਾ ਹੈ ਕਿ ਕੌਣ ਦੁੱਖ ਦੇ ਸਮੇਂ ਵਿੱਚ ਉਹਨਾਂ ਦੇ ਸਾਥ ਆਇਆ ਔਰ ਕੌਣ ਨਹੀਂ ਆਇਆ। ਤਾਂ ਇਸ ਕਰਕੇ ਮੇਰੀ ਜਿਹੜੀ ਧਾਰਨਾ ਹੈਗੀ ਕਿ ਸੱਚੇ ਮਨ ਨਾਲ ਲੋਕਾਂ ਦੀ ਸੇਵਾ ਕਰੋ। ਬਾਕੀ ਟਿਕਟ ਮਿਲਣਾ ਨਾ ਮਿਲਣਾ ਪਰਮਾਤਮਾ ਦੇ ਹੱਥ 'ਚ ਹੈ। ਬਾਕੀ ਪਾਰਟੀ ਹਾਈਕਮਾਂਡ ਨੇ ਡਿਸੀਜਨ ਕਰਨਾ ਕਿ ਜੋ ਬੈਸਟ ਕੈਂਡੀਡੇਟ ਹੈ ਉਹਨੂੰ ਚੁਣਿਆ ਜਾਵੇ। ਕੋਈ ਸ਼ੱਕ ਨਹੀਂ ਆ। ਲੋਕਾਂ ਦੀ ਗੱਲ ਕਰਦੇ ਆ, ਲੋਕਾਂ ਦੇ ਨਾਲ ਸਾਨੂੰ ਸੰਗਠਨ ਦੀ ਵੀ ਲੋੜ ਹੁੰਦੀ ਆ। ਪਾਰਟੀ ਦਾ ਜਿਹੜਾ ਕੈਂਡੀਡੇਟ ਹੋਵੇ, ਭਾਵੇਂ ਪਾਰਟੀ ਦੇ ਸੰਗਠਨਾਤਮਕ ਢਾਂਚੇ 'ਚ ਕੋਈ ਅਹੁਦੇ ਦੇ ਉੱਤੇ ਬੈਠਾ ਹੋਵੇ, ਉਹਨੂੰ ਆਪਣੇ ਸੰਗਠਨ ਦਾ ਸਾਥ ਬਹੁਤ ਲੋੜੀਂਦਾ ਹੁੰਦਾ ਆ। ਜੇ ਸੰਗਠਨ ਦਾ ਸਾਥ ਮਿਲਦਾ ਤਾਂ ਤੁਹਾਨੂੰ ਲੋਕਾਂ ਨੂੰ ਸਾਧਣ ਦੇ ਵਿੱਚ ਤੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਵੀ ਧਾਲੀਵਾਲ ਸਾਹਿਬ ਬਹੁਤ ਮੌਕਾ ਮਿਲ ਜਾਂਦਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਦਾਅਵੇਦਾਰ ਉੱਠ ਗਏ ਜਿਨ੍ਹਾਂ ਨੂੰ ਕਦੀ ਦੇਖਿਆ ਤੱਕ ਨਹੀਂ ਆ, ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਆ ਲੋਕ, ਉਹ ਵੀ ਇੱਥੇ ਦਾਅਵੇਦਾਰੀ ਜਤਾ ਰਿਹਾ। ਪਰ ਸੰਗਠਨ ਨੂੰ ਲੈ ਕੇ ਜਦੋਂ ਗੱਲ ਕਰਦੇ ਹਾਂ ਔਰ ਇਸ ਰੈਲੀ ਦੇ ਸੰਦਰਭ 'ਚ ਗੱਲ ਕਰਦੇ ਹਾਂ, ਤੇ ਤੁਹਾਡੇ ਕੁਝ ਅਹੁਦੇਦਾਰ ਇਹੋ ਜਿਹੇ ਵੀ ਆ ਜਿਹੜੇ ਕਹਿੰਦੇ ਸਾਨੂੰ ਰੈਲੀ ਦਾ ਪਤਾ ਤੱਕ ਨਹੀਂ ਆ, ਜਾਣਾ ਨਹੀਂ ਆ, ਨਹੀਂ ਜਾਣਾ। ਦਾਅਵੇਦਾਰੀ ਨੂੰ ਲੈ ਕੇ ਵੀ ਕਹਿੰਦੇ ਕਿ ਨਹੀਂ ਭਾਈ ਇਸ ਵਾਰ ਦਾਅਵੇਦਾਰੀ ਵੀ ਧਾਲੀਵਾਲ ਸਾਹਿਬ ਦੀ ਹੈ ਨਹੀਂ ਆ। ਉਹ ਵਿਸ਼ੇਸ਼ ਤੌਰ ਤੇ ਕੁਝ ਟੀਕਾ ਟਿੱਪਣੀਆਂ ਵੀ ਤੁਹਾਡੇ ਉੱਤੇ ਕਰਦੇ ਕਿ ਨਹੀਂ ਗਾਇਬ ਰਹਿੰਦੇ ਆ, ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਜਿੱਦਾਂ ਦਾ ਕੰਮ ਹੋਣਾ ਚਾਹੀਦਾ। ਲੱਗਦਾ ਨਹੀਂ ਕਿ ਸੰਗਠਨ ਵੀ ਮਜ਼ਬੂਤੀ ਦੇ ਨਾਲ ਇਕਜੁੱਟ ਰਹਿਣਾ ਚਾਹੀਦਾ ਹੈ, ਜਿਹਦੇ ਨਾਲ ਤੁਹਾਨੂੰ ਵੀ ਟਿਕਟ ਮਿਲਦੀ ਆ ਭਲਕ ਨੂੰ ਤੇ ਤੁਹਾਡੇ ਲਈ ਵੀ ਉਹ ਚੀਜ਼ ਫਾਇਦੇਮੰਦ ਸਾਬਤ ਹੋ ਸਕਦੀ ਹੈ। ਦੇਖੋ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ, ਯਾਨੀ ਕਿ ਵੀ ਜਿਵੇਂ ਤੁਸੀਂ ਆਖਿਆ ਹੈਗਾ ਕਿ ਜਿਹੜਾ ਸੰਗਠਨ ਜਿਹੜਾ ਹੈਗਾ ਕੰਮ ਨਹੀਂ ਕਰਦਾ। ਸਾਰੇ ਸੰਗਠਨ, ਕਿਉਂਕਿ ਸਾਰੇ ਪੰਜਾਬ ਵਿੱਚ ਸਟਰਕਚਰ ਨਹੀਂ ਬਣਿਆ ਸੀ, ਪਰ ਸਾਡੇ ਜਿਹੜੇ ਹੈਗੇ ਜਿੰਨੇ ਵੀ ਸੰਗਠਨ ਦੇ ਜਿਹੜੇ ਹੈਗੇ ਸਾਡੇ
ਵਿਅਕਤੀ ਜਿੰਨੇ ਵੀ ਹੈਗੇ, ਜਿੰਨੇ ਵੀ ਅਹੁਦੇਦਾਰ ਹੈਗੇ ਨੇ, ਉਹ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਇਕੱਠਾ ਕੰਮ ਕਰ ਰਹੇ ਨੇ। ਜੇ ਕੋਈ ਵਰਕਰ ਕਹੇ ਜੀ ਮੈਨੂੰ ਰੈਲੀ ਦਾ ਪਤਾ ਨਹੀਂ ਲੱਗਿਆ ਜਾਂ ਮੈਨੂੰ ਪਤਾ ਨਹੀਂ, ਤਾਂ ਫਿਰ ਮਤਲਬ ਉਹ ਸੰਗਠਨ 'ਚ ਉਹਦਾ ਕੋਈ ਅਹੁਦਾ ਹੀ ਹੈ ਨਹੀਂਗਾ। ਜਿਹਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਿਆ ਕਿ ਇੱਥੇ ਰੈਲੀ ਹੋ ਰਹੀ ਕਿ ਨਹੀਂ ਹੋ ਰਹੀ, ਕਿਉਂਕਿ ਸਾਰੇ ਆਪਾਂ ਜਾਣਦੇ ਹੈਗੇ ਕਿ ਅੱਜ ਇਲੈਕਸ਼ਨ ਦੇ ਸਮੇਂ ਵਿੱਚ ਇਹ ਨਹੀਂ ਹੁੰਦਾ ਕਿ 2-2 ਮਹੀਨੇ ਪਹਿਲਾਂ ਰੈਲੀ ਡਿਸਾਈਡ ਹੁੰਦੀ ਹੈ, ਕਈ ਵਾਰੀ 3-3 4-4 ਦਿਨ ਪਹਿਲਾਂ ਰੈਲੀ ਡਿਸਾਈਡ ਹੁੰਦੀ ਹੈ। ਤਾਂ ਇਹ ਵਰਕਰ ਨੇ ਤੇ ਅਹੁਦੇਦਾਰ ਨੇ ਰੱਖਣਾ। ਹੁਣ ਜੇ ਕੱਲ੍ਹ ਨੂੰ ਕਹੇ ਕੋਈ ਵਰਕਰ ਕਾਰਪੋਰੇਸ਼ਨ 'ਚ ਜਾਂ ਕਿਸੇ ਵਾਰਡ 'ਚ ਕੰਮ ਕਰਦਾ ਤਾਂ ਉਹ ਕਹੇ ਜੀ ਮੈਨੂੰ ਆ ਕੇ ਲੋਕ ਦੱਸਣਗੇ ਤਾਂ ਫੇਰ ਹੀ ਮੈਨੂੰ ਪਤਾ ਲੱਗੂਗਾ। ਤਾਂ ਜਿਹੜਾ ਕੋਈ ਵੀ ਜਿਹੜਾ ਸੇਵਾਦਾਰ ਹੈ, ਬੇਸ਼ੱਕ ਦੀ ਉਹ MLA ਹੈ, ਬੇਸ਼ੱਕ ਦੀ ਉਹ MC ਹੈ, ਬੇਸ਼ੱਕ ਦੀ ਉਹ ਸਰਪੰਚ ਹੈ, ਉਹਨੂੰ ਆਪਦੇ ਹਲਕੇ ਦਾ ਪਤਾ ਹੋਣਾ ਚਾਹੀਦਾ ਵੀ ਉਹਦੇ ਹਲਕੇ ਵਿੱਚ ਕੀ ਪ੍ਰੋਬਲਮ ਹੈਗੀ ਹੈ। ਤਾਂ ਇਸ ਕਰਕੇ ਇਹਦੇ ਵਿੱਚ ਕੋਈ ਨਹੀਂ, ਸਾਰਾ ਜਿੰਨਾ ਵੀ ਸੰਗਠਨ ਹੈਗਾ ਉਹ ਇਕਮੁੱਠ ਹੋ ਕੇ ਚੱਲ ਰਿਹਾ ਹੈਗਾ ਔਰ ਇਕੱਠੀ। ਔਰ ਤੁਹਾਨੂੰ ਜਿਹੜੀ ਆਉਣ ਵਾਲੀ ਇਹ ਰੈਲੀ ਹੈ, ਜਿਹੜੀ ਕੱਲ੍ਹ ਦੀ ਹੈ, ਉਹ ਰੈਲੀ ਦਿਖਾ ਦੂਗੀ ਕਿ ਲੋਕਾਂ ਦਾ ਕਿੰਨਾ ਪਿਆਰ ਹੈਗਾ। ਔਰ ਜਿੱਥੇ ਤੱਕ ਕਹਿੰਦੇ ਵੀ ਐਬਸੈਂਟ, ਮੇਰਾ ਖਿਆਲ ਮੈਂ ਸਵੇਰੇ ਲਾ ਲਓ ਤਾਂ ਮੈਂ 7 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਕੰਮ ਕਰਦਾ। ਤਾਂ ਉਸ ਤੋਂ ਬਾਅਦ ਤਾਂ ਮੇਰੇ ਕੋਲ ਟਾਈਮ ਨਹੀਂ। ਜਾਂ ਤਾਂ ਜਿਹੜੇ ਬੰਦੇ ਕਹਿੰਦੇ ਵੀ ਸ਼ਾਇਦ ਇਹ ਦਿਖਦੇ ਨਹੀਂ ਹੈਗੇ, ਤਾਂ ਫਿਰ ਜਾਂ ਤਾਂ ਉਹ ਦਿਨ ਦੀ ਲੰਬਾਈ ਵਧਾ ਦਿੰਦਾ, ਜੋ ਹੋਰ ਦਿਨ ਦੇ ਵਿੱਚ ਆਪਾਂ ਟਾਈਮ ਕਰ ਲਈਏ, ਠੀਕ ਹੈ। ਤਾਂ ਜਾਂ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ, ਜਾਂ ਉਹ ਆਪ ਗਾਇਬ ਰਹਿੰਦੇ ਆ। ਇਹ ਤਾਂ ਜਾ ਕੇ ਲੋਕਾਂ ਨੂੰ ਪੁੱਛੋ, ਲੋਕਾਂ ਦੇ ਵਾਰਡਾਂ 'ਚ ਜਾ ਕੇ ਪੁੱਛੋ, ਮੁਹੱਲਿਆਂ 'ਚ ਪੁੱਛੋ, ਪਿੰਡਾਂ 'ਚ ਜਾ ਕੇ ਪੁੱਛੋ ਵੀ ਕਿੰਨੇ ਦੁੱਖ ਸੁੱਖ ਦੇ ਵਿੱਚ ਅਸੀਂ ਗਏ। ਮੈਂ ਇੱਕੋ ਪਹਿਲਾਂ ਗੱਲ ਦੱਸੀ ਸੀ ਕਿ ਜਿਹੜੇ ਬੰਦੇ ਕਹਿੰਦੇ ਜੀ ਉਹ ਦਿਖਾਈ ਨਹੀਂ ਦਿੰਦੇ ਹੈਗੇ ਨੇ, ਤਾਂ ਘੱਟੋ ਘੱਟ ਉਹ ਦੱਸਦੇ ਨੇ ਵੀ ਜਦੋਂ ਕਰੋਨਾ ਕਾਲ ਸੀ ਉਹ ਕਿੱਥੇ ਸੀਗੇ, ਉਹ ਤਾਂ ਕਿਤੇ ਦਿਖਾਈ ਨਹੀਂ ਸਾਨੂੰ ਦਿੱਤੇ। ਸਾਨੂੰ ਫਿਰ ਉਹਦਾ ਮਤਲਬ ਸੰਗਠਨ 'ਚ ਹੈ ਹੀ ਨਹੀਂ ਕਿਤੇ ਉਹ ਕਹਿੰਦੇ। ਤਾਂ ਇਸ ਕਰਕੇ ਇਹ ਤੇ ਕਿੰਤੂ ਪ੍ਰੰਤੂ ਨਹੀਂ। ਇਸ ਸਮੇਂ ਦਾ ਜਿਹੜਾ ਸਮਾਂ ਹੈਗਾ ਇਹ ਸਾਡਾ ਇਹ ਨਹੀਂ ਹੈਗਾ ਕਿ ਕਿਸੇ ਤੇ ਕਿੰਤੂ ਪ੍ਰੰਤੂ। ਅਸੀਂ ਇਕਜੁੱਟ ਹੋ ਕੇ ਜਿਹੜੀ ਲੜਾਈ ਲੜਨੀ ਹੈਗੀ ਹੈ ਇਹਦੇ ਵਿੱਚ, ਇਸ ਕਰਕੇ ਕਾਂਗਰਸ ਦੀ ਹੈਗੀ। ਤਾਂ ਕਾਂਗਰਸ ਨੇ ਜਿਸ ਤਰ੍ਹਾਂ ਕਿ ਪਿਛਲੇ 5 ਸਾਲ ਲੋਕਾਂ ਦੀ ਸੇਵਾ ਕੀਤੀ ਹੈਗੀ ਹੈ, ਔਖੇ ਸਮੇਂ 'ਚ ਕੀਤੀ ਹੈ, ਔਰ ਉਸੇ ਸਮੇਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਸਾਰੇ ਇਕਜੁੱਟ ਹੋ ਕੇ ਕਾਂਗਰਸ ਦੁਆਰਾ ਸਰਕਾਰ ਬਣ ਜਾਂਦੀ ਹੈ। ਇਕਜੁੱਟਤਾ ਦੀ ਤੁਸੀਂ ਗੱਲ ਕੀਤੀ ਹੈ। ਜਦੋਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਕੋਈ ਛੋਟਾ ਮੋਟਾ ਅਹੁਦੇਦਾਰ ਹੋਵੇ, ਕੋਈ ਵਰਕਰ ਕਹਿ ਦੇਵੇ ਤਾਂ ਗੱਲ ਕੁਝ ਹੋਰ ਹੁੰਦੀ ਕਿ ਉਹ ਗੁੱਸੇ ਗਿਲੇ ਹੋ ਸਕਦੇ ਆ। ਤੁਹਾਡਾ ਜ਼ਿਲ੍ਹਾ ਪ੍ਰਧਾਨ ਕਹਿ ਦਿੰਦਾ ਹੈ ਕਿ ਉਹ ਵਿਧਾਇਕ ਜੀ ਦੀ ਰੈਲੀ ਹੋਏਗੀ, ਸਾਨੂੰ ਨਹੀਂ ਉਹਦੇ ਬਾਰੇ ਪਤਾ। ਤੇ ਇਹ ਤੁਹਾਡੀ ਰੈਲੀ ਵੱਖਰੀ, ਉਹਨਾਂ ਦੀ ਰੈਲੀ ਵੱਖਰੀ, ਇਹ ਤਾਂ ਫਿਰ ਭਲਕ ਨੂੰ ਤੁਹਾਨੂੰ ਚੋਣ ਦੇ ਵਿੱਚ ਵੀ ਦਿੱਕਤ ਦੇ ਸਕਦੀ ਹੈ ਨਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਅਸੀਂ ਇਕਜੁੱਟ ਹੋ ਕੇ ਇਕਸਾਰ ਹੋ ਕੇ ਜਿਹੜੇ ਲੋਕਾਂ ਦੀ ਸੇਵਾ ਕਰਨੀ ਹੈਗੀ ਹੈ, ਠੀਕ ਹੈ। ਕੌਣ ਕਿਸੇ ਬਾਰੇ ਕੀ ਕਹਿੰਦਾ ਕੋਈ ਸਾਨੂੰ ਉਹਦੇ ਨਾਲ ਮਤਲਬ ਨਹੀਂ ਹੈਗਾ, ਠੀਕ ਹੈ ਨਾ। ਬਾਕੀ ਜਿਹੜੀ ਕਿ ਕਾਂਗਰਸ ਦੀ ਰੈਲੀ ਹੈਗੀ ਤਾਂ ਕਾਂਗਰਸ ਦੇ ਸਾਰੇ ਵਰਕਰਸ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਔਰ ਸਾਰਿਆਂ ਨੂੰ ਇਹ 'ਚ ਪਾਰਟਿਸਿਪੇਟ ਕਰਕੇ ਅਸੀਂ ਇਸ ਰੈਲੀ ਨੂੰ ਸਫਲ ਕਰਨਾ ਹੈਗਾ। ਦਾਅਵੇਦਾਰੀਆਂ ਦੀ ਗੱਲ ਕਰ ਲਈਏ, ਲਗਭਗ ਦਾਅਵੇਦਾਰੀਆਂ ਬਹੁਤ ਨੇ ਫਗਵਾੜੇ ਦੇ ਵਿੱਚ। ਮੇਰਾ ਖਿਆਲ ਹੈ ਕਿ ਫਗਵਾੜਾ ਇਹੋ ਜਿਹਾ ਹਲਕਾ ਹੋਣਾ ਆ ਜਿੱਥੇ 10 ਤੋਂ ਵੱਧ ਜਿਹੜੀਆਂ ਦਾਅਵੇਦਾਰੀਆਂ ਟਿਕਟ ਨੂੰ ਲੈ ਕੇ ਹੈਗੀਆਂ। ਮਤਲਬ ਮੁਕਾਬਲਾ ਬੜਾ ਸਖਤ ਹੈ ਇੱਥੇ ਟਿਕਟ ਨੂੰ ਲੈ ਕੇ ਵੀ। ਲੱਗਦਾ ਕਿ ਧਾਲੀਵਾਲ ਹੋਰਾਂ ਨੇ 2.25 ਸਾਲ ਦੇ ਵਿੱਚ ਉਹ ਕੰਮ ਕਰ ਦਿਖਾਏ ਆ ਜਿਹਦਾ ਕਰਕੇ ਹਾਈ ਕਮਾਂਡ ਇਹ ਦੇਖੇਗੀ ਕਿ ਥੋੜੇ ਸਮੇਂ 'ਚ ਬਹੁਤਾ ਕੰਮ ਕੀਤਾ, ਇਸ ਕਰਕੇ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਬਣਦੀ ਹੈ, ਟਿਕਟ ਇਹਨਾਂ ਨੂੰ ਮਿਲਣੀ ਚਾਹੀਦੀ ਆ। ਜਾਂ ਤੁਹਾਨੂੰ ਲੱਗਦਾ ਕਿ ਕੋਈ ਮੁਕਾਬਲੇ ਦੇ ਵਿੱਚ ਹੋਰ ਕੋਈ ਬੰਦਾ ਇਹੋ ਜਿਹਾ ਹੈਗਾ ਜਿਹਦੇ ਨਾਲ ਕਿਤੇ ਨਾ ਕਿਤੇ ਮੁਕਾਬਲਾ ਥੋੜਾ ਜਿਹਾ ਟਫ ਹੋ ਸਕਦਾ ਹੈ? ਸਾਰੇ ਜਾਣਦੇ ਕਿ ਲਗਭਗ ਜਿਹੜੀ ਹੈਗੀ ਆ ਅੱਜ ਜਿਹੜੇ ਬੰਦੇ ਗੱਲਾਂ ਕਰਦੇ ਨੇ, 12-13 ਸਾਲ ਲਗਾਤਾਰ ਇੱਥੇ ਜਿਹੜੀ ਹੈਗੀ 7 ਇਲੈਕਸ਼ਨ ਕਾਂਗਰਸ ਪਾਰਟੀ ਹਰੀ ਹੈ ਜੀ, ਠੀਕ ਹੈ ਨਾ। ਤੋ ਜਿਸ ਸਮੇਂ ਕਿਉਂਕਿ ਮੇਰਾ ਇੱਥੇ ਮੈਂ ਲਗਭਗ ਜਿਹੜੇ 15-20 ਸਾਲ ਤੋਂ ਲਗਾਤਾਰ ਫਗਵਾੜੇ ਵਿੱਚ ਰਹਿ ਰਿਹਾ, ਲੋਕਾਂ ਦਾ ਪਿਆਰ ਹੈਗਾ ਔਰ ਉਸ ਪਿਆਰ ਸਦਕੇ ਹੀ ਜਿਹੜਾ ਹੈਗਾ ਉਹਨਾਂ ਦੇ ਭਰੋਸਾ ਸਦਕੇ ਹੀ ਜਿਹੜਾ ਮੈਂ ਹੈਗਾ ਬਾਈ ਇਲੈਕਸ਼ਨ 'ਚ ਵਿੱਚ ਆਇਆ। ਮੈਂ ਕੋਈ ਪੋਲੀਟੀਸ਼ੀਅਨ ਨਹੀਂ ਸੀ, ਮੈਂ ਬਿਊਰੋਕਰੇਟ ਸੀਗਾ। ਬਿਊਰੋਕਰੇਟ ਦੇ ਵਿੱਚ ਆ ਕੇ ਮੈਂ ਹਾਲਾਂਕਿ ਸਾਡਾ ਬੇਸਿਕ ਜਿਹੜਾ ਸੀ ਸਾਡੇ ਦਾਦੇ ਪੜਦਾਦੇ ਜਿੰਨੇ ਹੈਗਾ ਕਾਂਗਰਸ ਫੈਮਿਲੀ ਨਾਲ ਬੈਕਗਰਾਊਂਡ ਰੱਖਦੇ। ਤਾਂ ਇਸ ਕਰਕੇ ਉਹਦੇ ਵਿੱਚ ਜਿਹੜਾ ਹੈਗਾ ਮੈਨੂੰ ਲੈ ਕੇ ਆਉਂਦਾ ਤਾਂ ਮੈਂ ਅਸੀਂ ਸੇਵਾ ਭਾਵ ਨਾਲ ਕੰਮ ਕੀਤਾ ਹੈਗਾ, ਸੇਵਾ ਨਾਲ ਲਗਭਗ 2-2.25 ਸਾਲ। ਤਾਂ ਇਸ ਕਰਕੇ ਜਦੋਂ ਉਸ ਤੋਂ ਪਹਿਲਾ ਸਮਾਂ ਸੀਗਾ ਜਦੋਂ ਆਪੋਜੀਸ਼ਨ ਬਹੁਤ ਤਕੜੀ ਸੀਗੀ ਇੱਥੇ, ਬੀਜੇਪੀ ਔਰ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਇੱਥੇ MLA ਵਗੈਰਾ ਹੁੰਦੇ ਸੀਗੇ, ਤਾਂ ਉਦੋਂ ਫਗਵਾੜੇ ਵੱਲ ਕੋਈ ਮੂੰਹ ਨਹੀਂ ਕਰਦਾ ਸੀਗਾ। ਹੁਣ 2 ਸਾਲ ਅਸੀਂ ਲਗਾਤਾਰ ਮਿਹਨਤ ਕੀਤੀ ਹੈ। ਜੋ ਕਾਂਗਰਸ ਜਿਹੜੀ ਕਿ ਇੱਥੋਂ ਖੇਰੂ ਹੋਈ ਪਈ ਸੀਗੀ ਉਹਨੂੰ ਇਕੱਠੇ ਕਰਕੇ ਇੱਥੇ ਤੱਕ ਲੈ ਕੇ ਆਂਦਾ ਕਿ ਅੱਜ ਜਿਹੜੇ ਹੈਗੇ ਆ ਉਹ ਜਿਹੜੇ ਇੱਥੇ 10 ਦਾਅਵੇਦਾਰ ਤੁਰੇ ਫਿਰਦੇ ਆ। ਤਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਕੰਮ ਕੀਤਾ, ਲੋਕਾਂ 'ਚ ਪਿਆਰ ਵਧਾਇਆ ਔਰ ਲੋਕਾਂ ਨੂੰ ਇਹ ਲੱਗਦਾ ਜੀ ਹੁਣ ਇਹ ਸੁੱਖ ਜਿਹੀ ਸੀਟ ਹੋ ਗਈ ਹੈਗੀ, ਠੀਕ ਹੈ। ਇਸ ਕਰਕੇ ਮੈਂ ਪਹਿਲਾਂ ਵੀ ਆਖਿਆ ਹੈਗਾ ਕਿ ਜੋ ਬੰਦਾ ਮਿਹਨਤ ਕਰਦਾ ਹੈਗਾ, ਮਿਹਨਤ ਕਰੇਗਾ, ਸੇਵਾ ਭਾਵਨਾ ਕੰਮ ਕਰਦਾ, ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤਾਂ ਉਹਦੀ ਪਾਰਟੀ ਹਾਈ ਕਮਾਂਡ ਦੀ ਬਖਸ਼ਿਸ਼ ਉਹ 'ਤੇ ਹੀ ਹੋਣੀ ਹੈ। ਮੁਕਾਬਲੇ 'ਚ ਕੌਣ ਲੱਗਦਾ ਹੈ ਵਿਰੋਧੀ ਪਾਰਟੀਆਂ ਦੇ ਵਿੱਚੋਂ? ਭਾਜਪਾ ਇਸ ਵੇਲੇ ਮੁਕਾਬਲੇ 'ਚ ਲੱਗਦੀ ਹੈ 22 ਦੀਆਂ ਚੋਣਾਂ ਦੇ ਵਿੱਚ। ਤੁਹਾਨੂੰ ਮੁਕਾਬਲੇ ਦੇ ਵਿੱਚ ਜਿਹੜਾ ਆ ਉਹ ਕਿਤੇ ਨਾ ਕਿਤੇ ਅਕਾਲੀ ਦਲ ਲੱਗਦਾ ਆ, ਜਾਂ ਤੁਹਾਨੂੰ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਇਸ ਫਗਵਾੜੇ ਦੇ ਹਲਕੇ 'ਚ ਲੱਗਦੀ? ਦੇਖੋ, ਮੈਂ ਪਹਿਲਾਂ ਵੀ ਆਖਿਆ ਕਿ ਸਾਡਾ ਕੰਮ ਹੈਗਾ ਲੋਕਾਂ ਦੀ ਸੇਵਾ ਕਰਨਾ। ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ। ਸਾਡੇ ਵੱਲੋਂ ਆਪੋਜੀਸ਼ਨ ਜਿਹੜਾ ਮਰਜ਼ੀ ਆਵੋ ਨਾ, ਅਸੀਂ ਆਪੋਜੀਸ਼ਨ ਦਾ ਧਿਆਨ ਕਰਨਾ ਹੈਗਾ। ਆਪੋਜੀਸ਼ਨ ਜਿਹੜੀ ਮਰਜ਼ੀ ਆਵੇ ਸਾਡਾ ਉਹਦੇ ਨਾਲ ਕੋਈ ਨਹੀਂ, ਜਿਹੜਾ ਮਰਜ਼ੀ ਕੈਂਡੀਡੇਟ ਆਵੇ, ਜਿਹੜੀ ਮਰਜ਼ੀ ਆਪੋਜੀਸ਼ਨ ਪਾਰਟੀ ਆਵੇ, ਜਿਹੜਾ ਮਰਜ਼ੀ ਲੀਡਿੰਗ ਹੋਵੇ, ਅਸੀਂ ਲੋਕਾਂ ਦੇ ਸੇਵਾ ਭਾਵਨਾ 2 ਸਾਲ ਦੇ ਵਿੱਚ ਲਗਾਤਾਰ ਜਿਹੜੇ ਕੰਮ ਕੀਤੇ, ਲੋਕਾਂ ਦੀ ਸੇਵਾ ਕੀਤੀ, ਉਹਦੇ ਨਾਲ ਜਾਣਾ ਹੈਗਾ। ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਜਿਹੜਾ ਹੈਗਾ ਜਿਹੜਾ ਮਰਜ਼ੀ ਹੋਵੇ, ਅਸੀਂ ਸਾਡੀ ਕਾਂਗਰਸ ਪਾਰਟੀ ਸਾਰੀ ਇਲੈਕਸ਼ਨ ਲੜਨ ਵਾਸਤੇ ਤਿਆਰ ਬੈਠੀ ਹੈ।
ਬਹੁਤ-ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ ਔਰ ਉਮੀਦ ਰੱਖਦੇ ਹਾਂ ਕੱਲ ਦੀ ਤੁਹਾਡੀ ਰੈਲੀ ਜਿਹੜੀ ਆ ਜਿਸ ਉਮੀਦ ਦੇ ਨਾਲ ਤੁਸੀਂ ਰੱਖੀ ਹੈ ਉਸ ਉਮੀਦ ਤੇ ਖਰੀ ਉਤਰੇਗੀ। ਨਵਜੋਤ ਸਿੰਘ ਸਿੱਧੂ ਪੀਪੀਸੀ ਪ੍ਰਧਾਨ ਜਿਹੜੇ ਆ ਉਹ ਕੱਲ ਫਗਵਾੜੇ ਦੇ ਵਿੱਚ ਆ ਰਹੇ ਨੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਤੇ ਇਹ ਚੋਣਾਂ ਦਾ ਬਿਗਲ ਵੱਜ ਚੁੱਕਾ ਆ। ਇਸ ਫਗਵਾੜਾ ਹਲਕੇ ਦੇ ਵਿੱਚ ਸਥਿਤੀਆਂ ਕਿਹੋ ਜਿਹੀਆਂ ਬਣਦੀਆਂ ਨੇ, ਕੌਣ ਅੱਗੇ ਕੌਣ ਪਿੱਛੇ, ਇਹ ਫਿਲਹਾਲ ਅਜੇ ਜਦੋਂ ਟਿਕਟਾਂ ਅਨਾਉਂਸ ਹੋ ਜਾਣਗੀਆਂ ਉਦੋਂ ਗੱਲਾਂ ਕੀਤੀਆਂ ਜਾਣਗੀਆਂ। ਪਰ ਉਹਦੇ ਤੋਂ ਪਹਿਲਾਂ ਜਿਹੜੀ ਸਿਆਸਤ ਭਖੀ ਹੋਈ ਆ, ਜਿਸ ਤਰੀਕੇ ਨਾਲ ਟੀਕਾ ਟਿੱਪਣੀਆਂ ਇੱਕ ਦੂਜੇ ਤੇ ਚੱਲਦੀਆਂ ਪਈਆਂ, ਉਹਨੇ ਸਥਿਤੀਆਂ ਹੋਰ ਵੀ ਜਿਹੜੀਆਂ ਉਹ ਫਗਵਾੜੇ ਦੀਆਂ ਦਿਲਚਸਪ ਬਣਾ ਦਿੱਤੀਆਂ ਨੇ। ਫਿਲਹਾਲ ਦੇਖਦੇ ਹਾਂ ਸਥਿਤੀਆਂ ਕੀ ਬਣਦੀਆਂ ਨੇ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।